ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਕੀਤਾ ਹੋਵੈ ਕਰੇ ਕਰਾਇਆ, ਤਿਸ ਕਿਆ ਕਹੀਐ ਭਾਈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਸਤਿਗੁਰੂ ਪਾਤਸ਼ਾਹ ਜੀ ਜਗਤ ਨੂੰ ਤਾਰਨ ਹਾਰੇ। ਚੱਲ ਰਹੀ ਲੜੀਵਾਰ ਵਿਚਾਰ ਸਤਿਗੁਰੂ ਕਥਾ ਦੇ ਰਾਹੀਂ ਕਿਰਪਾ ਕਰ ਰਹੇ ਹਨ। ਪਾਵਨ ਅੰਗ 359 ਤੇ ਸਤਿਗੁਰੂ ਪਾਤਸ਼ਾਹ ਜੀ ਦਾ ਇਹ 36ਵਾਂ ਸ਼ਬਦ ਹੈ। ਸੋ ਆਓ ਸਤਿਗੁਰੂ ਕਿਰਪਾ ਕਰ ਰਹੇ ਭਾਈ, ਇਹ ਸੰਸਾਰ ਜਾਂ ਜੀਵ ਪਰਮੇਸ਼ਰ ਦਾ ਹੀ ਪੈਦਾ ਕੀਤਾ ਹੋਇਆ, ਉਸ ਵਾਹਿਗੁਰੂ ਦਾ ਹੀ ਕੀਤਾ ਹੋਇਆ ਸਭ ਕੁਝ ਹੁੰਦਾ ਹੈ ਅਤੇ ਉਸੇ ਦਾ ਹੀ ਕਰਾਇਆ ਹੋਇਆ ਜੀਵ ਸੰਚਿਤ ਪਰਾਲਬਧ ਕਰਮਾਂ ਅਨੁਸਾਰ ਕਰਦਾ ਹੈ। ਫਿਰ ਉਸ ਸਮਰੱਥ ਪ੍ਰਭੂ ਦੇ ਤਾਈਂ ਕੀ ਕਹਿਣਾ ਕਰੀਏ, ਭਾਵ ਬੇਨਤੀ ਹੀ ਕਰਨੀ ਬਣਦੀ ਹੈ। ਜੋ ਕਿਛ ਕਰਨਾ ਸੋ ਕਰ ਰਿਹਾ, ਕੀਤੇ ਕਿਆ ਚਤੁਰਾਈ। ਜਿਹੜਾ ਕੁਝ ਪਰਮੇਸ਼ਰ ਨੇ ਪਿੱਛੇ ਕਰਨਾ ਸੀ, ਜੋ ਹੁਣ ਕਰਨਾ ਹੈ, ਉਹੀ ਕੁਝ ਉਹ ਕਰ ਰਿਹਾ। ਫਿਰ ਪੈਦਾ ਕੀਤੇ ਹੋਏ ਜੀਵਾਂ ਦੀ ਭਲਾ ਕੀ ਚਤੁਰਾਈ ਸਿਆਣਪ ਚੱਲ ਸਕਦੀ ਹੈ। ਤੇਰਾ ਹੁਕਮ ਭਲਾ ਤੁਧ ਭਾਵੈ। ਹੇ ਮਹਾਰਾਜ, ਸਾਨੂੰ ਤਾਂ ਤੁਹਾਡਾ ਹੁਕਮ ਆਦੇਸ਼ ਹੀ ਭਲਾ ਚੰਗਾ ਲੱਗਦਾ ਹੈ। ਹੁਕਮ ਮੰਨਣ ਵਾਲਾ ਜੀਵ ਹੀ ਤੁਹਾਨੂੰ ਪਾਉਂਦਾ ਹੈ। ਨਾਨਕ ਤਾ ਕਉ ਮਿਲੈ ਵਡਾਈ, ਸਾਚੇ ਨਾਮ ਸਮਾਵੈ ਰਹਾਉ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਉਹਨਾਂ ਨੂੰ ਹੀ ਆਪ ਜੀ ਦੇ ਦਰ ਤੋਂ ਵਡਿਆਈ ਮਿਲਦੀ ਹੈ ਜਿਹੜੇ ਆਪ ਜੀ ਦੇ ਸੱਚੇ ਨਾਮ ਵਿੱਚ ਸਮਾ ਜਾਂਦੇ ਹਨ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਕਿਰਤ ਪਿਆ ਪਰਵਾਣਾ ਲਿਖਿਆ, ਬਾਹੁੜ ਹੁਕਮ ਨ ਹੋਈ। ਕਰਮਾਂ ਦੇ ਪਏ ਹੋਏ ਅਨੁਸਾਰ ਹੀ ਜੀਵਾਂ ਦਾ ਪਰਵਾਣਾ ਕਹੀਏ ਚਿੱਠਾ ਲਿਖਿਆ ਗਿਆ ਹੈ, ਭਾਵ ਪਰਾਲਬਧ ਰੂਪ ਕਾਰਨ ਬਣ ਗਿਆ ਹੈ। ਸਤਿਗੁਰੂ ਕਿਰਪਾ ਕਰਦੇ ਹਨ, ਫਿਰ ਦੁਬਾਰਾ ਹੁਕਮ ਆਗਿਆ ਕਰਨ ਦੀ ਲੋੜ ਨਹੀਂ ਹੁੰਦੀ। ਇੱਕੋ ਵਾਰੀ ਹੀ ਲਿਖ ਦਿੱਤਾ ਜਾਂਦਾ ਹੈ ਕਿ ਜੀਵਾਂ ਨੇ ਇਹ ਸੁੱਖ ਭੋਗਣਾ ਹੈ, ਇੰਨਾ ਚਿਰ ਜਿਉਣਾ ਹੈ, ਇੰਨਾ ਪ੍ਰਤਾਪ ਵਧੇਗਾ, ਇਤਿਆਦ ਇੱਕੋ ਵਾਰੀ ਹੀ ਹੁਕਮ ਕਰ ਦਿੱਤਾ ਹੈ ਸਤਿਗੁਰੂ ਜੀ ਨੇ। ਜੈਸਾ ਲਿਖਿਆ ਤੈਸਾ ਪੜ੍ਹਿਆ, ਮੇਟ ਨ ਸਕੈ ਕੋਈ। ਜਿਹੋ ਜਿਹਾ ਪਰਮੇਸ਼ਰ ਨੇ ਲੇਖ ਲਿਖ ਦਿੱਤਾ ਹੈ, ਤਿਹੋ ਜਿਹਾ ਹੀ ਜੀਵਾਂ ਦੇ ਮੱਥੇ ਉੱਪਰ ਪੜਿਆ ਹੁੰਦਾ ਪੈ ਗਿਆ। ਸੋ ਇਸ ਨੂੰ ਪੜ੍ਹਿਆ ਭਾਰਾ ਨਹੀਂ ਬੋਲਣਾ, ਪੜ੍ਹਿਆ। ਜਿਵੇਂ ਹਿੰਦੀ ਵਿੱਚ ਕਹਿੰਦੇ ਹੈ ਪੜ੍ਹ ਗਿਆ ਹੈ, ਇਸੇ ਤਰ੍ਹਾਂ ਪੈ ਗਿਆ। ਉਸ ਲੇਖ ਨੂੰ ਕੋਈ ਵੀ ਮਿਟਾ ਨਹੀਂ ਸਕਦਾ। ਜੈਸਾ ਕਿ ਲੇਖ ਨ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਜੇ ਕੋ ਦਰਗਹਿ ਬਹੁਤਾ ਬੋਲੇ, ਨਾਉ ਪਵੈ ਬਾਜਾਰੀ। ਜੇਕਰ ਕੋਈ ਪਰਮੇਸ਼ਰ ਦੀ ਦਰਗਹਿ ਨਿਆਏ ਸਭਾ ਸਤ ਸੰਗਤ ਵਿੱਚ ਬਹੁਤ ਜ਼ਿਆਦਾ ਬੋਲਣਾ ਕਰੇ ਤਾਂ ਉਸ ਦਾ ਨਾਮ ਬਾਜਾਰੀ ਹੁੰਦਾ, ਮਸ਼ਕਰਾ ਪੈ ਜਾਂਦਾ। ਇੰਦਰੀਆਂ ਦੇ ਬਾਜ਼ਾਰ 'ਚ ਵਿਸ਼ਿਆਂ ਵਿੱਚ ਫਸਿਆ ਜਾਣਿਆ ਜਾਂਦਾ। ਸਤਰੰਜ ਬਾਜੀ ਪੱਕੈ ਨਾਹੀ, ਕੱਚੀ ਆਵੈ ਸਾਰੀ। ਜਿਵੇਂ ਚੌਪੜ ਦੀ ਬਾਜੀ ਖੇਡ ਵਿੱਚ ਜਿਹੜੀ ਨਰਦ ਪੱਕਦੀ ਭਾਵ ਪੁੱਗਦੀ ਨਹੀਂ ਹੈ, ਉਹ ਸਾਰੀ ਨਰਦ ਕੱਚੀ ਹੀ ਆਉਂਦੀ ਜਾਂਦੀ ਹੈ। ਇਸੇ ਪ੍ਰਕਾਰ ਸੰਸਾਰ ਰੂਪੀ ਸਤਰੰਜ ਦੀ ਬਾਜੀ ਵਿੱਚ ਜਿਹੜੀ ਜੀਵ ਰੂਪੀ ਨਰਦ ਪਰਮੇਸ਼ਰ ਦੀ ਭਗਤੀ ਕਰਨ ਰੂਪ ਪੱਕਦੀ ਨਹੀਂ ਹੈ, ਉਹ ਜੀਵ ਰੂਪੀ ਸਾਰੀ ਕਹੀਏ ਨਰਦ ਕੱਚੀ ਰਹਿ ਕੇ ਜੂਨਾ ਰੂਪੀ ਖਾਨਿਆਂ ਵਿੱਚ ਆਉਂਦੀ ਜਾਂਦੀ ਰਹਿੰਦੀ ਹੈ। ਚੌਪੜ ਦੀ ਬਾਜੀ ਵਿੱਚ ਜਿਹੜੀ ਗੋਟੀ ਉਸਦੇ ਚੀਰੇ ਵਾਲੇ ਖਾਨੇ ਵਿੱਚ ਆ ਜਾਵੇ, ਫਿਰ ਉਹ ਨਹੀਂ ਮਰਦੀ। ਇਸੇ ਪ੍ਰਕਾਰ ਜਿਹੜੀ ਜੀਵ ਰੂਪ ਗੋਟੀ ਸਤ ਸੰਗਤ ਰੂਪੀ ਚੀਰੇ ਵਿੱਚ ਆ ਜਾਂਦੀ ਹੈ, ਫਿਰ ਉਹ ਜੂਨਾ ਵਿੱਚ ਜਾਣ ਰੂਪ ਨਹੀਂ ਮਰਦੀ। ਨਾ ਕੋ ਪੜ੍ਹਿਆ ਪੰਡਤ ਬੀਨਾ, ਨਾ ਕੋ ਮੂਰਖ ਮੰਦਾ। ਹੇ ਭਾਈ, ਇਸ ਕਰਕੇ ਵਾਹਿਗੁਰੂ ਦੀ ਰਜਾ ਵਿੱਚ ਰਹਿਣਾ ਕਰੋ। ਆਪਣੇ ਆਪ ਨਾ ਹੀ ਕੋਈ ਪੜ੍ਹਿਆ ਪੜ੍ਹਨ ਵਾਲਾ ਵਿਦਿਆਰਥੀ ਹੈ
ਤੇ ਨਾ ਹੀ ਕੋਈ ਬੀਨਾ ਲੰਮੀ ਸੋਚ ਵਾਲਾ ਪੰਡਤ ਵਿਦਵਾਨ ਹੈ, ਅਤੇ ਨਾ ਹੀ ਕੋਈ ਮੂਰਖ ਬੇਸਮਝ ਹੈ, ਤੇ ਨਾ ਹੀ ਕੋਈ ਮੰਦਾ ਬੁਰਾ ਹੈ। ਬੰਦੀ ਅੰਦਰ ਸਿਫਤ ਕਰਾਏ, ਤਾ ਕਉ ਕਹੀਐ ਬੰਦਾ। ਹੇ ਪਰਮੇਸ਼ਰ, ਜਿਨ੍ਹਾਂ ਤਾਈਂ ਤੁਸੀਂ ਆਪ ਮਾਇਆ ਦੀ ਬੰਦੀ ਕੈਦ ਵਿੱਚ ਰੱਖ ਕੇ, ਬੰਦਗੀ ਰੂਪ ਬੰਦੀ ਖਾਨੇ ਦੇ ਵਿੱਚ ਰੱਖ ਕੇ ਆਪਣੀ ਉਸਤਤ ਕਰਵਾਉਂਦੇ ਹੋ, ਉਹਨਾਂ ਤਾਈਂ ਹੀ ਬੰਦਾ ਸੇਵਕ ਕਹਿਆ ਜਾਂਦਾ ਹੈ। ਬੰਦੇ ਸੇਜ ਪਵਹਿ ਵਿੱਚ ਬੰਦੀ, ਵੇਖਣ ਕਉ ਦੀਦਾਰ। ਆਸਾ ਮਹੱਲਾ ਪਹਿਲਾ। ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤ੍ਰਿਆ ਰਾਜ ਵਿੱਚ ਗਏ, ਉੱਥੇ ਮੀਢਾ ਬਣੇ ਭਾਈ ਮਰਦਾਨਾ ਜੀ ਨੂੰ ਛਡਾਇਆ ਤੇ ਉਹਨਾਂ ਜਾਦੂਗਰਨੀਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਉੱਥੇ ਤ੍ਰਿਆ ਰਾਜ ਦੇ ਕਿਨਾਰੇ 'ਤੇ ਭਰਥਰੀ ਜੋਗੀ ਕੁਟੀਆ ਪਾਈ ਬੈਠਾ ਸੀ। ਉਸ ਵੇਲੇ ਯੋਗਾ ਅਭਿਆਸ ਦੁਆਰਾ ਇਸ ਦੀ ਲੰਮੇਰੀ ਉਮਰ ਸੀ। ਇੱਥੇ ਹੀ ਇਸ ਨੂੰ ਇੱਕ ਵਾਰੀ ਬ੍ਰਹਮਾ ਦਾ ਪੁੱਤਰ ਨਾਰਦ ਮੁਨੀ ਮਿਲਿਆ। ਭਰਥਰੀ ਨੇ ਉਸ ਨੂੰ ਯੋਗ ਸਾਧਨਾ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਤੇਰੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ। ਕਲਯੁਗ ਦਾ ਉਧਾਰ ਕਰਨ ਵਾਸਤੇ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਰੂਪ ਧਾਰਨ ਕਰ ਲਿਆ ਹੈ। ਉਹੀ ਤੇਰੇ ਪ੍ਰਸ਼ਨਾਂ ਦੇ ਉੱਤਰ ਤੈਨੂੰ ਇੱਥੇ ਆਣ ਕੇ ਦੇਣਗੇ। ਸੋ ਜਦੋਂ ਗੁਰੂ ਜੀ ਭਰਥਰੀ ਦੇ ਕੋਲ ਪਹੁੰਚੇ ਤਾਂ ਉਸ ਦਾ ਚਿੱਤ ਸਤਿਗੁਰਾਂ ਦਾ ਸਰੂਪ ਦੇਖ ਕੇ ਮੋਹਿਆ ਗਿਆ। ਕੋਲ ਆਣ ਕੇ ਪੁੱਛਿਆ ਕਿ ਮਹਾਰਾਜ ਆਪ ਜੀ ਕੌਣ ਹੋ? ਤਾਂ ਭਾਈ ਬਾਲੇ ਜੀ ਨੇ ਦੱਸਿਆ ਕਿ ਇਹ ਨਾਨਕ ਨਿਰੰਕਾਰੀ ਹਨ। ਇਹ ਸੁਣ ਕੇ ਕਿ ਮਹਾਰਾਜ ਆਪ ਜੀ ਦੇ ਚਰਨਾਂ ਉੱਪਰ ਮੇਰੀ ਨਮਸਕਾਰ ਹੋਵੇ, ਮੈਂ ਆਪ ਜੀ ਨੂੰ ਹੀ ਉਡੀਕ ਰਿਹਾ ਸੀ। ਮਹਾਰਾਜ ਜੀ ਨੇ ਕਿਹਾ ਕਿ ਤੂੰ ਸਾਨੂੰ ਕਿਵੇਂ ਜਾਣਦਾ ਹੈ? ਤਾਂ ਭਰਥਰੀ ਨੇ ਕਿਹਾ ਕਿ ਇੱਥੇ ਇੱਕ ਵਾਰੀ ਮੈਨੂੰ ਨਾਰਦ ਮੁਨੀ ਜੀ ਮਿਲੇ ਸਨ। ਉਹਨਾਂ ਨੂੰ ਮੈਂ ਕੋਈ ਸਵਾਲ ਪੁੱਛੇ ਤਾਂ ਉਹਨਾਂ ਨੇ ਕਿਹਾ ਕਿ ਤੇਰੇ ਸਵਾਲਾਂ ਦੇ ਜਵਾਬ ਤੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਦੇਣਗੇ। ਸੋ ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ ਜੋ ਮੇਰੀ ਕੁਟੀਆ ਵਿੱਚ ਪਹੁੰਚ ਕੇ ਮੈਨੂੰ ਕਿਰਤਾਰਥ ਕੀਤਾ ਹੈ। ਸਤਿਗੁਰਾਂ ਨੇ ਕਿਹਾ ਕਿ ਜੋ ਤੇਰਾ ਸਵਾਲ ਹੈ ਉਹ ਪੁੱਛ। ਤਾਂ ਭਰਥਰੀ ਨੇ ਕਿਹਾ ਕਿ ਯੋਗ ਸਾਧਨਾ ਕੀ ਹੈ? ਤੁਸੀਂ ਵੀ ਯੋਗ ਧਾਰਨ ਕਰੋ। ਗੁਰੂ ਜੀ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਪਰਮੇਸ਼ਰ ਦੇ ਜੋਗੀ ਹਾਂ। ਭਰਥਰੀ ਨੇ ਕਿਹਾ ਕਿ ਮਹਾਰਾਜ, ਪਰੰਤੂ ਤੁਹਾਡੇ ਕੋਲ ਯੋਗ ਦਾ ਤਾਂ ਕੋਈ ਚਿੰਨ੍ਹ ਨਹੀਂ ਦਿਖਾਈ ਦਿੰਦਾ। ਤਾਂ ਯੋਗ ਦੇ ਅੰਤਰੀਵ ਭਾਵ ਵਿੱਚ ਗੁਰੂ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ, ਖਿੰਥਾ ਖਿਮਾ ਹੜਾਵੋ। ਹੇ ਜੋਗੀ, ਮਨ ਰੂਪੀ ਕੰਨਾਂ ਵਿੱਚ ਵਿਚਾਰ ਰੂਪੀ ਛੁਰੀ ਨਾਲ ਸੰਕਲਪ ਵਿਕਲਪ ਨੂੰ ਮੇਟਣ ਰੂਪ ਚੀਰਾ ਦੇ ਕੇ ਸਤਿਗੁਰਾਂ ਦਾ ਸ਼ਬਦ ਉਪਦੇਸ਼ ਅੰਦਰ ਬਾਹਰ ਧਾਰਨ ਕਰਨ ਰੂਪ ਮੁੰਦਰਾ ਜੋਗੀਆਂ ਦੀਆਂ ਕਰਨ ਕੁੰਡਲ ਪਹਿਰਿਆ ਹੋਇਆ ਹੈ, ਅਤੇ ਖਿਮਾ ਦੁੱਖ ਸੁੱਖ ਸਹਾਰਨ ਵਾਲੀ ਚਿੱਤ ਦੀ ਬਿਰਤੀ ਮੁਆਫ ਕਰਨ ਰੂਪੀ ਗੋਦੜੀ ਹੰਡਾਉਣਾ ਪਹਿਰਨਾ ਕਰਦੇ ਹਾਂ। ਜੋ ਕਿਛ ਕਰੈ ਭਲਾ ਕਰ ਮਾਨੋ, ਸਹਿਜ ਜੋਗ ਨਿਧ ਪਾਵੋ। ਹੇ ਜੋਗੀ, ਜਿਹੜਾ ਕੁਝ ਵੀ ਮੇਰਾ ਵਾਹਿਗੁਰੂ ਕਰਦਾ ਹੈ ਉਹੀ ਭਲਾ ਚੰਗਾ ਕਰਕੇ ਮਾਨੋ ਕਹੀਏ, ਮੰਨਣਾ ਕਰੀਏ। ਤਦ ਸਹਿਜ ਜੋਗ ਨਾਮ ਸਿਮਰਨ ਦੁਆਰਾ ਮਨ ਦੀ ਇਕਾਗਰਤਾ ਰੂਪ ਯੋਗ ਦਾ ਨਿੱਧ ਖਜ਼ਾਨਾ ਪ੍ਰਾਪਤ ਕਰ ਲਵੋਗੇ। ਸਹਿਜ ਤੇ ਗਿਆਨ ਦੁਆਰਾ ਯੋਗ ਦੀ ਨਿਧੀ ਰੂਪ ਪਰਮੇਸ਼ਰ ਨੂੰ, ਭਗਤ ਯੋਗ ਰੂਪੀ ਖਜ਼ਾਨੇ ਨੂੰ ਸਹਿਜੇ ਹੀ ਪਾ ਲਵੋਗੇ। ਬਾਬਾ ਜੁਗਤਾ ਜੀ ਜੁਗੈ ਜੁਗ ਜੋਗੀ, ਪਰਮ ਤੰਤ ਮਹਿ ਜੋਗੰ। ਹੇ ਬਾਬਾ ਬਜ਼ੁਰਗ ਭਰਥਰੀ ਜੀ, ਜਿਹੜਾ ਜੀਵ ਸਦਾ ਪਦਾਰਥਾਂ ਵਿੱਚ ਜੁੜਿਆ ਹੋਇਆ, ਇਹ ਜੁਗਾਂ ਜੁਗਾਂ ਵਿੱਚ ਜੋਗੀ ਜੁੜੇ ਪਰਮੇਸ਼ਰ ਵਿੱਚ ਆਪਣਾ ਜੀਵ ਆਤਮਾ ਜੁਗਤਾ ਕਹੀਏ ਜੋੜਨਾ ਕਰੇ, ਅਤੇ ਪਰਮ ਤੰਤ ਆਤਮ ਗਿਆਨ ਵਿੱਚ ਬਿਰਤੀ ਜੋੜਨਾ ਕਰੇ। ਇਹੀ ਵਾਸਤਵ ਵਿੱਚ ਜੋਗੰ ਕਹੀਏ ਯੋਗ ਹੈ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ ਰਹਾਉ। ਹੇ ਜੋਗੀ, ਜਿਨ੍ਹਾਂ ਨੇ ਸ਼ੁੱਧ ਸਰੂਪ ਪਰਮੇਸ਼ਰ ਦਾ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਗੁਰਾਂ ਪਾਸੋਂ ਪਾਉਣਾ ਕੀਤਾ ਹੈ, ਉਹ ਬੁੱਧ ਰੂਪੀ ਕਾਇਆ ਦੇਹ ਵਿੱਚ ਗਿਆਨ ਦੇ ਰਸ ਆਨੰਦ ਨੂੰ ਭੋਗੰ ਕਹੀਏ ਭੋਗਣਾ ਭਾਵ ਮਾਨਣਾ ਕਰਦੇ ਹਨ। ਰਹਾਉ। ਸਿਵ ਨਗਰੀ ਮਹਿ ਆਸਣ ਬੈਸੋ, ਕਲਪ ਤਿਆਗੀ ਬਾਦੰ।
ਜਿਵੇਂ ਸ਼ਿਵ ਜੀ ਆਪਣੀ ਨਗਰੀ ਕੈਲਾਸ਼ਪੁਰੀ ਵਿੱਚ ਕੈਲਾਸ਼ ਪਰਬਤ ਤੇ ਬੈਠ ਕੇ ਸਮਾਧੀ ਲਾਉਂਦਾ ਹੈ ਅਤੇ ਜੋਗੀ ਕੈਲਾਸ਼ਪੁਰੀ ਦੀ ਨਿਆਈ 10ਵੇਂ ਦੁਆਰ ਵਿੱਚ ਜੋ ਮਿੱਝ ਦੀ ਬੋਟੀ ਹੈ ਉੱਥੇ ਪ੍ਰਾਣਾਯਾਮ ਦੁਆਰਾ ਆਸਣ ਲਾ ਕੇ ਬੈਠਣਾ ਕਰਦੇ ਹਨ। ਇਸੇ ਪ੍ਰਕਾਰ ਅਸੀਂ ਸ਼ਿਵ ਕਲਿਆਣ ਸਰੂਪ ਪਰਮੇਸ਼ਰ ਦੀ ਸਤਸੰਗਤ ਰੂਪੀ ਨਗਰੀ ਪੁਰੀ ਵਿੱਚ ਜਾਂ ਕਲਿਆਣ ਸਰੂਪ ਵਿੱਚ ਇਸਤਤ ਹੋ ਕੇ ਬੈਠਣਾ ਕਰਦੇ ਹਾਂ ਅਤੇ ਮਨ ਦੀ ਸਾਰੀ ਕਲਪਨਾ ਤੇ ਬਾਦੰਗ ਝਗੜੇ ਆਦਿ ਤਿਆਗੀ ਕੀਏ ਛੱਡ ਦਿੱਤੇ ਹਨ। ਫਿਰ ਪ੍ਰਸ਼ਨ ਕੀਤਾ ਭਰਤਰੀ ਨੇ, ਹੇ ਮਹਾਰਾਜ, ਅਸੀਂ ਕਦੇ-ਕਦੇ ਹਿਰਨ ਦੀ ਸਿੰਗੀ ਵਜਾਉਂਦੇ ਹਾਂ ਤੇ ਜਦੋਂ ਭੰਡਾਰਾ ਤਿਆਰ ਹੁੰਦਾ ਉਦੋਂ ਨਾਦ ਵਜਾਉਂਦੇ ਹਾਂ। ਤੁਹਾਡੇ ਨਾਦ ਅਤੇ ਸਿੰਗੀ ਕਿਹੜੇ ਹਨ? ਗੁਰ ਉੱਤਰ ਬਖਸ਼ਿਸ਼ ਕਰਦੇ ਹਨ, ਸਿੰਗੀ ਸ਼ਬਦ ਸਦਾ ਧੁਨ ਸੋ ਹੈ, ਅਹਨਿਸ ਪੂਰੈ ਨਾਦੰ। ਜਿਹੜਾ ਹਮੇਸ਼ਾ ਹੀ ਗੁਰਾਂ ਦੇ ਉਪਦੇਸ਼ ਦੀ ਧੁਨੀ ਹਿਰਦੇ ਅੰਦਰ ਸ਼ੋਭਨੀਕ ਹੋਣੀ ਹੈ, ਭਾਵ ਅਜਪਾ ਜਾਪ ਚੱਲਣਾ ਹੈ। ਇਹੋ ਹੀ ਸਾਡੀ ਸਿੰਗੀ ਕਹੀਏ ਸਿੰਘ ਦਾ ਵਾਜਾ ਹੈ। ਅਤੇ ਜਿਹੜਾ ਨਾਦੰ ਨ ਆਦੰ ਆਦ ਤੋਂ ਰਹਿਤ ਬ੍ਰਹਮ ਵਿੱਚ ਅਹਨਿਸ ਰਾਤ ਦਿਨ ਚਿੱਤ ਦੀ ਬਿਰਤੀ ਨੂੰ ਜੋੜ ਕੇ ਉਸ ਨੂੰ ਪੂਰਨ ਰੂਪ ਕਰਕੇ ਜਾਣਿਆ ਹੈ, ਇਹੋ ਹੀ ਸਾਡਾ ਨਾਦ ਵੱਜ ਰਿਹਾ ਹੈ। ਫਿਰ ਭਰਤਰੀ ਦਾ ਪ੍ਰਸ਼ਨ ਹੈ, ਹੇ ਮਹਾਰਾਜ, ਸਾਡੇ ਕੋਲ ਇੱਕ ਠੂਠਾ ਇੱਕ ਡੰਡਾ ਹੁੰਦਾ ਅਤੇ ਸਰੀਰ ਉੱਪਰ ਵਿਭੂਤੀ ਮੜੀ ਹੁੰਦੀ, ਤੁਹਾਡੇ ਕੋਲ ਇਹ ਚਿੰਨ੍ਹ ਕਿਹੜੇ ਆ? ਗੁਰ ਉੱਤਰ ਬਖਸ਼ਿਸ਼ ਕਰ ਰਹੇ ਆ, ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਿਭੂਤੰ। ਹੇ ਜੋਗੀ ਵਰਤਮਾਨ ਦੀ ਬ੍ਰਹਮ ਦੀ ਵਿਚਾਰ ਰੂਪੀ ਸਾਡੇ ਕੋਲ ਪਤ ਪਾਤਰ ਹੈ ਤੇ ਮਤ ਬੁੱਧੀ ਦੇ ਅੰਦਰ ਸਰੂਪ ਦਾ ਗਿਆਨ ਬੋਧ ਰੂਪੀ ਡੰਡਾ ਸੋਟਾ ਪਕੜਿਆ ਹੋਇਆ, ਭਾਵ ਜਿਵੇਂ ਡੰਡੇ ਨਾਲ ਪਸ਼ੂਆਂ ਤੇ ਕੁੱਤਿਆਂ ਆਦਿ ਤੋਂ ਰੱਖਿਆ ਕਰੀਦੀ ਹੈ, ਇਵੇਂ ਭੇਦਵਾਦੀ ਰੂਪੀ ਪਸ਼ੂਆਂ ਤੋਂ ਜੋ ਸ਼ੁਭ ਗੁਣ ਰੂਪੀ ਹਰਿਆਵਲਤਾ ਨੂੰ ਚਰ ਜਾਣ ਵਾਲੇ ਹਨ ਅਤੇ ਲੋਭ ਰੂਪੀ ਕੁੱਤਿਆਂ ਦੇ ਦੰਦ ਖੱਟੇ ਕਰਨ ਲਈ ਜੋ ਬੁੱਧੀ ਵਿੱਚ ਗਿਆਨ ਦੀਆਂ ਜੁਗਤੀਆਂ ਹਨ, ਇਹ ਡੰਡਾ ਪਕੜਿਆ ਹੋਇਆ। ਵਰਤਮਾਨ ਕੀਏ ਹੁਣ ਦੇ ਸਮੇਂ ਵਿੱਚ ਪ੍ਰਸੰਨ ਰਹਿਣਾ, ਭਾਵ ਨਾ ਪਿੱਛੇ ਗੁਜ਼ਰ ਚੁੱਕੇ ਸਮੇਂ ਦੀ ਫਿਕਰ ਕਰਨੀ ਤੇ ਨਾ ਹੀ ਆਉਣ ਵਾਲੇ ਸਮੇਂ ਦੀ ਚਿੰਤਾ ਕਰਨੀ, ਕੇਵਲ ਹੁਣ ਦੇ ਸਮੇਂ ਵਿੱਚ ਮਸਤ ਹੋ ਕੇ ਵਾਹਿਗੁਰੂ ਵਿੱਚ ਜੁੜੇ ਰਹਿਣਾ, ਇਹੀ ਅਸਾਂ ਨੇ ਵਿਭੂਤੰ ਕਹੀਏ ਸਵਾਹ ਮੜੀ ਹੋਈ। ਫਿਰ ਭਰਤਰੀ ਦਾ ਪ੍ਰਸ਼ਨ, ਹੈ ਮਹਾਰਾਜ, ਤੁਹਾਡੀ ਰਹੁ ਰੀਤੀ ਕਿਹੜੀ ਹੈ? ਗੁਰ ਉੱਤਰ ਬਖਸ਼ਿਸ਼ ਕਰਦੇ ਆ, ਹਰ ਕੀਰਤ ਰਹਿ ਰਾਸ ਹਮਾਰੀ, ਗੁਰਮੁਖ ਪੰਥ ਅਤੀਤੰ। ਪਰਮੇਸ਼ਰ ਦੀ ਕੀਰਤਨ ਭਗਤੀ ਹੀ ਸਾਡੀ ਰਹਿ ਰਾਸ ਰਹੋ ਰੀਤੀ ਪੂੰਜੀ ਹੈ ਅਤੇ ਗੁਰਮੁਖਤਾਈ ਧਾਰਨ ਕਰਕੇ ਗੁਰਾਂ ਦੁਆਰਾ ਸਭ ਤੋਂ ਅਤੀਤੰ ਅਸੰਗ ਹੋਏ ਹਾਂ, ਜੋ ਗੁਰਾਂ ਦੁਆਰਾ ਤਿੰਨਾਂ ਗੁਣਾ ਤ੍ਰਿਗੁਣੀ ਪ੍ਰਪੰਚ ਤੋਂ ਅਤੀਤ ਹੋਏ ਹਾਂ। ਇਹੋ ਸਾਡਾ ਪੰਥ ਮਜ਼ਹਬ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਹੈ। ਫਿਰ ਪ੍ਰਸ਼ਨ ਕਰਦਾ ਭਰਤਰੀ, ਹੈ ਮਹਾਰਾਜ, ਜਿਵੇਂ ਸਾਡੀ ਆਈ ਪੰਥ ਦੀ ਸੰਗਿਆ ਹੈ, ਉਵੇਂ ਤੁਹਾਡੇ ਪੰਥ ਦੀ ਕੀ ਸੰਗਿਆ ਹੈ? ਗੁਰ ਉੱਤਰ ਬਖਸ਼ਿਸ਼ ਕਰਦੇ ਆ, ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ। ਜਿਹੜੇ ਨਾਨਾ ਕਹੀਏ ਬਹੁਤ ਪ੍ਰਕਾਰ ਦੇ, ਅਨੇਕੰ ਅਨੰਤ ਵਰਨ ਰੰਗਾਂ ਵਿੱਚ ਜਾਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਆਦਿਕ ਸਾਰੀ ਸ੍ਰਿਸ਼ਟੀ ਵਿੱਚ ਜੋ ਪਰਮੇਸ਼ਰ ਦੀ ਜੋਤੀ ਆਈ ਸਮਝੀ ਹੈ, ਇਹੋ ਹੀ ਸਾਡੀ ਸਮਿਆ ਸੰਗਿਆ ਸੰਪਰਦਾ। ਸੰਗਿਆ ਕਹੀਏ ਵੈਰਾਗਣ, ਇੱਕ ਪ੍ਰਕਾਰ ਦੀ ਟਿਕ ਟਿਕੀ ਜਿਸ ਉੱਪਰ ਬਾਹਾਂ ਰੱਖ ਕੇ ਸਾਧੂ ਬੈਠ ਕੇ ਭਜਨ ਬੰਦਗੀ ਕਰਦੇ ਹਨ। ਕਹੁ ਨਾਨਕ ਸੁਣ ਭਰਤਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਸਤਿਗੁਰੂ ਜੀ ਕਹੋ ਕਹੀਏ ਕਥਨ ਕਰਦੇ ਹਨ ਕਿ ਹੇ ਭਰਤਰੀ ਜੋਗੀ, ਤੂੰ ਸਾਡੇ ਉਪਦੇਸ਼ ਨੂੰ ਸੁਣਨਾ ਕਰ। ਏਕੰ ਕਹੀਏ ਅਦਵੈਤ ਸਰੂਪ ਪਾਰ ਬ੍ਰਹਮ ਪਰਮੇਸ਼ਰ ਵਿੱਚ ਆਪਣੀ ਲਿਵ ਬਿਰਤੀ ਨੂੰ ਇੱਕ ਰਸ ਲਾਉਣਾ ਕਰ, ਕਿਉਂਕਿ ਇੱਕ ਵਿੱਚ ਬਿਰਤੀ ਜੋੜਨ ਨਾਲ ਉਸ ਇੱਕ ਦਾ ਹੀ ਰੂਪ ਹੋ ਜਾਈਦਾ ਹੈ। ਆਸਾ ਮਹੱਲਾ ਪਹਿਲਾ। ਇਹ ਉਪਰੋਕਤ ਸ਼ਬਦ ਸੁਣ ਕੇ ਭਰਤਰੀ ਨਾਥ ਨੇ ਕਹਿਣਾ ਕੀਤਾ ਕਿ ਮਹਾਰਾਜ, ਤੁਸੀਂ ਸਹਿਜ ਯੋਗ ਬਾਰੇ ਤਾਂ ਠੀਕ ਸਮਝਾ ਦਿੱਤਾ ਹੈ, ਪਰੰਤੂ ਸਾਡੇ ਪੰਥ ਵਿੱਚ ਸ਼ਰਾਬ ਦਾ ਪਿਆਲਾ ਪੀ ਕੇ ਮਸਤੀ ਵਿੱਚ ਆ ਕੇ ਜੋਗੀ ਲਿਵ ਜੋੜਦੇ ਆ।
ਇਉਂ ਕਹਿ ਕੇ ਇੱਕ ਸ਼ਰਾਬ ਦਾ ਪਿਆਲਾ ਲਿਆ ਕੇ ਸਤਿਗੁਰਾਂ ਦੇ ਕੋਲ ਰੱਖ ਦਿੱਤਾ ਤੇ ਸ਼ਰਾਬ ਪੀਣ ਲਈ ਕਿਹਾ ਤਾਂ ਸਤਿਗੁਰਾਂ ਨੇ ਕਿਹਾ ਕਿ ਇਹ ਨਿਖਿੱਧ ਵਸਤੂ ਧਰਮੀ ਪੁਰਸ਼ਾਂ ਦੇ ਪੀਣ ਵਾਲੀ ਨਹੀਂ ਹੈ। ਅਸੀਂ ਤਾਂ ਗਿਆਨ ਦੀ ਸ਼ਰਾਬ ਪੀਂਦੇ ਤੇ ਪਿਉਂਦੇ ਹਾਂ। ਭਰਤਰੀ ਕਹਿੰਦਾ ਕਿ ਮਹਾਰਾਜ ਜੀ, ਗਿਆਨ ਦੀ ਸ਼ਰਾਬ ਕਿਵੇਂ ਕੱਢੀ ਜਾਂਦੀ? ਤਾਂ ਸਤਿਗੁਰੂ ਜੀ ਭਰਤਰੀ ਜੋਗੀ ਦੇ ਪਰਥਾਏ ਇਹ ਦੂਸਰਾ ਸ਼ਬਦ ਆਸਾ ਰਾਗ ਵਿੱਚ ਉਚਾਰਦੇ ਹਨ, ਜਿਸ ਵਿੱਚ ਸ਼ਰਾਬ ਦਾ ਅਲੰਕਾਰ ਹੈ। ਬਾਹਰ ਦੇ ਨਸ਼ੇ ਤੋਂ ਵਿਵਰਜਿਤ ਕਰਕੇ ਅੰਤਰੀਵ ਭਾਵ ਵਿੱਚ ਨਾਮ ਗਿਆਨ ਦੀ ਮਸਤੀ ਵਾਲੀ ਅਸਲੀ ਨਸ਼ਾ ਵਰਣਨ ਕਰਦੇ ਹਨ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ। ਹੇ ਜੋਗੀ, ਗੁਰੂ ਸਾਹਿਬ ਜੀ ਦਾ ਗਿਆਨ ਬੋਧ ਰੂਪੀ ਗੁੜ ਪਾਉਣਾ ਕਰੀਏ ਤੇ ਪਰਮੇਸ਼ਰ ਦਾ ਧਿਆਨ ਚਿੰਤਨ ਰੂਪੀ ਧਾਵੈ। ਮਹੂਆ ਇਸ ਦੇ ਫੁੱਲਾਂ ਦਾ ਰਸ ਨਸ਼ੀਲਾ ਹੁੰਦਾ ਹੈ, ਜੋ ਸ਼ਰਾਬ ਦਾ ਪ੍ਰਸਿੱਧ ਮਸਾਲਾ ਹੈ। ਇਹ ਪਾਉਣਾ ਕਰੀਏ। ਜੋ ਭਗਤੀ ਰੂਪੀ ਕਮਾਈ ਕਰਨੀ ਹੈ, ਇਹ ਕਸ ਕਸ਼ੀਦਨ ਕਿੱਕਰ ਆਦਿਕ ਬਿਰਸ਼ਾਂ ਦੀ ਛਿੱਲ ਜੋ ਸੱਕ ਪਾਉਂਦੇ, ਇਹ ਖਿੱਚ ਕੇ ਲਾਹੀ ਦੀ ਹੈ, ਇਹ ਪਾਉਣਾ ਕਰੀਏ। ਪਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਸਾਰੇ ਭਵਨ ਜਗਤ ਨੂੰ ਨਾਸ਼ਵੰਤ ਜਾਣਨ ਰੂਪੀ ਭੱਠੀ ਕਰਕੇ ਜੋ ਸਾਰੇ ਜੀਵਾਂ ਵਿੱਚ ਪਰਮੇਸ਼ਰ ਦੀ ਜੋਤ ਆਈ ਹੋਈ ਜਾਣੀ ਹੈ, ਇਹ ਪ੍ਰੇਮ ਪਿਆਰ ਦਾ ਪੋਚਾ ਲੇਪਣ ਕੀਤਾ ਹੋਇਆ। ਇਸ ਤਰੀਕੇ ਨਾਲ ਬ੍ਰਹਮਾਨੰਦ ਰੂਪੀ ਅਮਿਓ ਅੰਮ੍ਰਿਤ ਰਸ ਚੁਆਈਐ ਚੋ ਆਉਂਦਾ ਹੈ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ। ਹੇ ਬਾਬਾ ਬਜ਼ੁਰਗ ਭਰਤਰੀ ਨਾਥ, ਫਿਰ ਅੰਮ੍ਰਿਤ ਨਾਮ ਰਸ ਨੂੰ ਪੀਂਦਾ ਪੀਂਦਾ ਹਿਰਦਾ ਆਤਮ ਵਿਸ਼ੈਣੀ ਮਤਵਾਰੂ ਮਤ ਵਾਲਾ ਹੋ ਜਾਂਦਾ ਹੈ ਅਤੇ ਹਰ ਸਮੇਂ ਸੁਭਾਵਕ ਹੀ ਰੰਗ ਆਨੰਦ ਸਰੂਪ ਵਿੱਚ ਰਚਿਆ ਰਹਿੰਦਾ ਹੈ। ਫਿਰ ਪ੍ਰਸ਼ਨ ਕਰਦਾ ਭਰਤਰੀ ਕਿ ਹੇ ਮਹਾਰਾਜ, ਜੇਕਰ ਅਸੀਂ ਹਰੇ ਜਾਂ ਸੰਧੂਰੀ ਆਦਿ ਰੰਗ ਦੀ ਸ਼ਰਾਬ ਕੱਢਣੀ ਹੋਵੇ ਤਾਂ ਉਸ ਵਿੱਚ ਰੰਗ ਦੀ ਪੋਟਲੀ ਸੁੱਟ ਦਿੰਦੇ ਹਾਂ। ਤੁਸੀਂ ਕਿਹੜੀ ਪੋਟਲੀ ਪਾਉਂਦੇ ਹੋ? ਗੁਰੂ ਜੀ ਫਰਮਾਉਂਦੇ ਹਨ, ਐਹਨਿਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ ਰਹਾਉ। ਐਹਨਿਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ ਰਹਾਉ। ਹੇ ਜੋਗੀ, ਜੋ ਅਹਨਿਸ ਰਾਤ ਦਿਨ ਪ੍ਰੇਮ ਪਿਆਰ ਦੇ ਸਹਿਤ ਵਾਹਿਗੁਰੂ ਵਿੱਚ ਬਿਰਤੀ ਲੱਗੀ ਹੋਈ ਹੈ, ਇਹੋ ਹੀ ਸਾਨੂੰ ਬੰਨੀ ਕਹੀਏ ਵੰਨੀ ਰੰਗਤ ਚੜੀ ਹੋਈ, ਭਾਵ ਰੰਗ ਦੀ ਸੰਧੂਰੀ ਪੋਟਲੀ ਪਾਈ ਹੋਈ, ਅਤੇ ਜੋ ਸ਼ਬਦ ਬ੍ਰਹਮ ਦਾ ਗਹਿਆ ਗ੍ਰਹਿਣ ਕਰਨਾ ਹੈ, ਇਹੋ ਹੀ ਸਾਡਾ ਅਨਾਹਦ ਹੱਦ ਤੋਂ ਰਹਿਤ ਸ਼ਬਦ ਵੱਜਣਾ ਹੈ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਹਨ, ਪੂਰਾ ਸਾਚ ਪਿਆਲਾ ਸਹਿਜੇ ਤਿਸਹਿ ਪੀ ਆਏ, ਜਾ ਕੋ ਨਦਰ ਕਰੇ। ਹੇ ਭਰਤਰੀ ਜੋਗੀ, ਜਿਨ੍ਹਾਂ ਤਾਈਂ ਪਰਮੇਸ਼ਰ ਕਿਰਪਾ ਨਦਰ ਦ੍ਰਿਸ਼ਟੀ ਕਰਦਾ ਹੈ, ਤਿਨਾਂ ਤਾਈਂ ਹੀ ਪੂਰਨ ਸੱਚਾ ਬ੍ਰਹਮਾਨੰਦ ਰੂਪੀ ਸ਼ਰਾਬ ਦਾ ਪਿਆਲਾ ਕਟੋਰਾ ਸੁਭਾਵਕ ਹੀ ਪਿਉਣਾ ਕਰਦਾ ਹੈ। ਅੰਮ੍ਰਿਤ ਕਾ ਵਾਪਾਰੀ ਹੋਵੈ, ਕਿਆ ਮਦ ਸ਼ੂਸ਼ੈ ਭਾਉ ਧਰੇ। ਹੇ ਭਰਤਰੀ ਜੋਗੀ, ਜਿਹੜਾ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਰਸ ਬ੍ਰਹਮਾਨੰਦ ਦਾ ਵਪਾਰੀ ਵਣਜ ਕਰਨ ਵਾਲਾ ਬਣ ਜਾਵੇ, ਉਹ ਤੁਹਾਡੀ ਸ਼ੂਸ਼ੈ ਤੁਸ਼ ਘਟੀਆ ਸ਼ਰਾਬ ਵਿੱਚ ਕੀ ਭਾਉ ਪ੍ਰੇਮ ਧਾਰਨ ਕਰੇਗਾ? ਭਾਵ ਨਾਮ ਦਾ ਵਪਾਰੀ ਨਿਖਿੱਧ ਵਸਤੂਆਂ ਵਿੱਚ ਪ੍ਰੇਮ ਨਹੀਂ ਰੱਖਦਾ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪਰਵਾਨ ਪਿਆ। ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਬਾਣੀ ਦੀ ਸਿੱਖਿਆ ਪ੍ਰਾਪਤ ਹੋਈ ਆ, ਉਹ ਅੰਮ੍ਰਿਤ ਨਾਮ ਰਸ ਨੂੰ ਪੀਂਦੇ ਸਾਰ ਹੀ ਪ੍ਰਵਾਨ ਸਫਲੇ ਹੋ ਗਏ ਹਨ। ਦਰ ਦਰਸ਼ਨ ਕਾ ਪ੍ਰੀਤਮ ਹੋਵੈ, ਮੁਕਤ ਬੈਕੁੰਠੈ ਕਰੈ ਕਿਆ ਦੁਲਾਵਾਂ ਹਨ। ਹੇ ਜੋਗੀ, ਜਿਹੜਾ ਹਿਰਦੇ ਰੂਪੀ ਦੁਆਰੇ ਵਿੱਚ ਜਾਂ ਸੰਸਾਰ ਦੇ ਅੰਦਰ ਜਾਂ ਸਾਧ ਸੰਗ ਰੂਪੀ ਦਰ ਅੰਦਰ ਪਰਮੇਸ਼ਰ ਦੇ ਦਰਸ਼ਨ ਦੀ ਦਾਰਿਆਂ ਦਾ ਪ੍ਰੀਤਮ ਪਿਆਰਾ ਹੋ ਜਾਵੇ, ਉਸਨੇ ਮੁਕਤੀਆਂ ਤੇ ਬੈਕੁੰਠੈ ਸਵਰਗ ਲੋਕ ਆਦਿ ਜਾਂ ਬੈਕੁੰਠ ਦੀਆਂ ਮੁਕਤੀਆਂ ਸਲੋਕ ਸਮੀਪ ਸਰੂਪ ਸਯੁਜ ਨੂੰ ਕੀ ਕਰਨਾ ਹੈ? ਭਾਵ ਉਸ ਨੂੰ ਇਹਨਾਂ ਮੁਕਤੀਆਂ ਆਦਿ ਦੀ ਕੋਈ ਲੋੜ ਨਹੀਂ ਰਹਿੰਦੀ,
ਕਿਉਂਕਿ ਕਈ ਬੈਕੁੰਠ ਨਾਹੀ ਲਵੈ ਲਾਗੇ, ਮੁਕਤ ਬਪੜੀ ਪੀ ਗਿਆਨੀ ਤਿਆਗੇ। ਸਿਫਤੀ ਰੱਤਾ ਸਦ ਬੈਰਾਗੀ, ਜੂਐ ਜਨਮ ਨਾ ਹਾਰੈ। ਜਿਹੜਾ ਪਰਮੇਸ਼ਰ ਦੀ ਸਿਫਤ ਕਰਨ ਵਿੱਚ ਰੰਗਿਆ ਹੋਇਆ ਹਮੇਸ਼ਾ ਹੀ ਸੰਸਾਰ ਵੱਲੋਂ ਬੈਰਾਗੀ ਉਪਰਾਮ ਰਹਿੰਦਾ ਹੈ, ਉਹ ਵਿਸ਼ਿਆਂ ਰੂਪੀ ਜੂਏ ਵਿੱਚ ਆਪਣੇ ਮਨੁੱਖਾ ਜਨਮ ਨੂੰ ਨਹੀਂ ਹਾਰਦਾ। ਕਹੋ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਧਾਰੈ। ਸਤਿਗੁਰੂ ਸਾਹਿਬ ਜੀ ਕਹੋ ਕਈਏ ਕਥਨ ਕਰਦੇ ਹਨ ਕਿ ਹੇ ਭਰਥਰ ਭਰਥਰੀ ਜੋਗੀ, ਸੁਣ ਸੁਣਨਾ ਕਰ। ਭਰਥਰ ਹਿਰਦੇ ਰੂਪੀ ਥਰ ਥਲ ਥਾਂ ਨੂੰ ਨਾਮ ਦੁਆਰਾ ਭਰ ਭਰਨਾ ਕਰ। ਇਸ ਪ੍ਰਕਾਰ ਜੋ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਬ੍ਰਹਮਾਨੰਦ ਨੂੰ ਧਾਰਨਾ ਹੈ, ਭਾਵ ਬ੍ਰਹਮਾਕਾਰ ਬਿਰਤੀ ਹੋਣੀ ਹੈ, ਇਸ ਵਿੱਚ ਹੀ ਖੀਵਾ ਮਸਤ ਹੋਣਾ ਕਰੀਏ। ਅਜਿਹੀ ਅਸੀਂ ਬ੍ਰਹਮਾਨੰਦ ਰੂਪੀ ਸ਼ਰਾਬ ਪੀਂਦੇ ਹਾਂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।